ਰਚਨਾ ਪ੍ਰਭ ਰਚੀ, ਬਹੁ ਵਿਧ ਅਨੇਕ ਪ੍ਰਕਾਰ। ਨਾਨਕ ਰਚਨਾ ਪ੍ਰਭ ਰਚੀ, ਬਹੁ ਵਿਧ ਅਨੇਕ ਪ੍ਰਕਾਰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ पावन पवित्र हजूरी अंदर अमृत वेले दे पावन दीवाना अंदर जुड़ बैठी गुरु प्यारी गुरु सवारी साध संगत जी, महाराज साहब जी सत संगत दे विच आउण नूं, सत संगत दे विच बैठण नूं ਵੱਡਿਆਂ ਭਾਗਾਂ ਦੀ ਨਿਸ਼ਾਨੀ ਗਿਣਦੇ ਹਨ। ਔਰ ਕਹਿੰਦੇ ਨੇ ਜਿਹੜੇ ਜੀਵ ਸਤ ਸੰਗਤ ਵਿੱਚ ਆਉਂਦੇ ਨੇ ਉਹ ਬੜੇ ਹੀ ਵਡਭਾਗੀ ਹਨ। ਆਓ ਕਈ ਦਿਨਾਂ ਤੋਂ ਆਪਾਂ ਬ੍ਰਹਮ ਗਿਆਨ ਦੀ ਜਿਹੜੀ ਅਵਸਥਾ ਹੈ, ਜਿਹਦੇ ਵਿੱਚ ਪਹੁੰਚਣ ਦੇ ਨਾਲ ਮਨੁੱਖ ਵਿੱਚ ਕੀ ਤਬਦੀਲੀਆਂ ਹੁੰਦੀਆਂ ਨੇ ਔਰ ਮਨੁੱਖ ਕਿਹੋ ਜਿਹਾ ਬਣ ਜਾਂਦਾ ਹੈ, ਇਹਦੇ ਬਾਰੇ ਵਿਚਾਰ ਕਰ ਰਹੇ ਹਾਂ। ਕਿਉਂਕਿ ਹਰੇਕ ਮਨੁੱਖ ਦੀ ਮੰਜ਼ਿਲ ਇਸ ਮਨੁੱਖਾ ਜੀਵਨ ਦੇ ਵਿੱਚ ਰਹਿ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਹੋ ਜਾਣਾ ਹੈ। ਕਿਉਂਕਿ ਜੋ ਮਨੁੱਖ ਦੀ ਦੇਹੀ ਹੈ, ਦੇਹੀ ਦਾ ਔਰ ਇਹਦੀ ਜੀਵ ਆਤਮਾ ਹੈ ਜਿਹੜੀ ਉਹ ਅਲੱਗੋ ਅਲੱਗ ਨੇ, ਉਹਨਾਂ ਦਾ ਆਪਸ ਦੇ ਵਿੱਚ ਕੋਈ ਸੰਬੰਧ ਨਹੀਂ ਹੈ। ਦੇਹੀ ਦੀ ਮੰਜ਼ਿਲ ਖਾਕ ਤੋਂ ਸ਼ੁਰੂ ਹੁੰਦੀ ਹੈ, ਖਾਕ ਵਿੱਚ ਹੀ ਖਤਮ ਹੋ ਜਾਂਦੀ ਹੈ। ਔਰ ਗੁਰਬਾਣੀ ਕਹਿੰਦੀ ਹੈ ਮਨੁੱਖ ਦੀ ਮੰਜ਼ਿਲ ਪਰਮਾਤਮਾ ਤੋਂ ਸ਼ੁਰੂ ਹੁੰਦੀ ਹੈ ਔਰ ਇਹਦੀ ਸਮਾਪਤੀ ਵੀ ਪਰਮਾਤਮਾ ਵਿੱਚ ਹੀ ਹੋਣੀ ਹੈ, ਜੀਵ ਆਤਮਾ ਦੀ। ਮਹਾਰਾਜ ਕਹਿੰਦੇ ਬਹੁਤ ਜਨਮ ਵਿਛੁਰੇ ਥੇ ਮਾਧੋ, ਇਹਦਾ ਭਾਵ ਇਹ ਹੈ ਬਹੁਤ ਜਨਮ ਪਹਿਲਾਂ ਮਨੁੱਖ ਪਰਮਾਤਮਾ ਦਾ ਹੀ ਰੂਪ ਸੀ। ਇਹ ਜਿਹੜੀ ਜੀਵ ਆਤਮਾ ਇਹ ਪਰਮਾਤਮਾ ਦਾ ਹੀ ਰੂਪ ਸੀ। ਜਿਵੇਂ ਕੋਈ ਵੀ ਚੀਜ਼ ਚਲਦਿਆਂ ਚਲਦਿਆਂ ਉਹਦੇ ਵਿੱਚ ਵਿਕ੍ਰਿਤੀਆਂ ਆ ਜਾਂਦੀਆਂ ਨੇ, ਵਿਗੜ ਜਾਂਦਾ ਹੈ ਉਹਦਾ ਸਰੂਪ। ਇਵੇਂ ਹੌਲੀ ਹੌਲੀ ਜਿਵੇਂ ਜਿਵੇਂ ਜਨਮ ਦਰ ਜਨਮ ਮਨੁੱਖ ਜਾਂਦਾ ਰਿਹਾ, ਇਹਦਾ ਅੰਦਰ ਦਾ ਜਿਹੜਾ ਸਰੂਪ ਉਹ ਵਿਗੜ ਗਿਆ। ਉਹ ਵਿਗੜੇ ਹੋਏ ਸਰੂਪ ਨੂੰ ਸੁਧਾਰਨ ਦੇ ਲਈ ਔਰ ਉਸ ਸਰੂਪ ਨੂੰ ਪਰਮੇਸ਼ਰ ਵਰਗਾ ਕਰਨ ਦੇ ਲਈ ਹੀ ਇਹਨੂੰ ਜਨਮ ਮਿਲਿਆ ਹੈ। ਇਹ ਜੋ ਜਨਮ ਹੈ ਮਨੁੱਖ ਦੇ ਅੰਦਰ ਜਿਹੜੀਆਂ ਵਿਕ੍ਰਿਤੀਆਂ ਨੇ, ਜੋ ਵਿਕਾਰ ਹਨ, ਉਹਨਾਂ ਨੂੰ ਦੂਰ ਕਰਨ ਲਈ ਮਿਲਿਆ ਹੈ। ਉਹ ਵੱਖਰੀ ਗੱਲ ਹੈ ਮਨੁੱਖ ਕਿੰਨਾ ਚਿਰ ਕਿਹੜੀ ਚੀਜ਼ ਤੇ ਬਿਤਾ ਰਿਹਾ, ਇਹ ਇੱਕ ਵੱਖਰਾ ਵਿਸ਼ਾ ਹੈ। ਮਹਾਰਾਜ ਕਹਿੰਦੇ ਜੋ ਬ੍ਰਹਮ ਗਿਆਨੀ ਹੈ ਉਸ ਦੀਆਂ ਗੁਣਾਂ ਦੀ ਕੀਮਤ ਨਹੀਂ ਹੈ। ਉਸ ਦੇ ਵਿੱਚ ਕਿੰਨੇ ਕੁ ਗੁਣ ਨੇ ਇਹਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਦੁਨਿਆਵੀ ਤੌਰ ਤੇ ਕੋਈ ਵੀ ਮਨੁੱਖ ਹੋਏ, ਕੋਈ ਵੀ ਪਦਾਰਥ ਹੋਏ, ਹਰੇਕ ਪਦਾਰਥ ਦੇ ਵਿੱਚ ਕੋਈ ਨਾ ਕੋਈ ਆਪਣਾ ਗੁਣ ਹੈ। ਹਰੇਕ ਜੜੀ ਬੂਟੀ ਦੇ ਵਿੱਚ ਕੋਈ ਨਾ ਕੋਈ ਗੁਣ ਹੈ ਔਰ ਹਰੇਕ ਮਨੁੱਖ ਦੇ ਵਿੱਚ ਵੀ ਕੋਈ ਨਾ ਕੋਈ ਗੁਣ ਹੈ। ਇਸ ਕਰਕੇ ਜਿਵੇਂ ਅਸੀਂ ਜੜੀ ਬੂਟੀਆਂ ਦੇ ਗੁਣਾਂ ਨੂੰ ਲਿਖਿਆ, ਇਸ ਜੜੀ ਬੂਟੀ ਵਿੱਚ 128 ਗੁਣ ਨੇ, ਕਿਸੇ ਵਿੱਚ 65 ਗੁਣ ਨੇ, ਕਿਸੇ ਵਿੱਚ 70 ਗੁਣ ਨੇ। ਪਰ ਮਹਾਰਾਜ ਕਹਿੰਦੇ ਨੇ ਜਿਹੜੇ ਮਨੁੱਖ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਜਿਹੜੇ ਪਹੁੰਚ ਗਏ ਨੇ, ਉਹਨਾਂ ਵਿੱਚ ਕਿੰਨੇ ਗੁਣ ਨੇ ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਅੰਦਾਜ਼ੇ ਤੋਂ ਬਾਹਰ ਦੀ ਗੱਲ ਹੈ। ਇਹ ਮਨੁੱਖ ਦੇ ਬੁੱਧੀ ਦੀ ਪਕੜ ਵਿੱਚ ਨਹੀਂ ਆਉਂਦਾ। ਵੈਸੇ ਮਨੁੱਖ ਹਰੇਕ ਚੀਜ਼ ਨੂੰ
अपनी बुद्धि के अनुसार पकड़ना चाहुंदा है, अपनी समझ दे विच लियाउणा चाहुंदा है। और मैं एक बेनती आपके सामने करना साध संगत, जिहड़ी चीज़ मनुख की समझ विच आ गई वो फिर मनुख की समझ तो वड्डी नहीं है। समझ वड्डी है क्योंकि उन्हें उन्हें समझ लिया। जिहड़ी चीज़ मनुख की बुद्धि दे विच आ गई, दिमाग ने जिन्हों समझ लिया, वो फिर दिमाग तो वड्डी नहीं है। इस करके जो परमात्मा वाहिगुरू है वो मनुख की बुद्धि दे विच नहीं आउंदा, तां ही उन्होंने अगम कहा जाता है, तां ही उसनूं अगोचर कहा जाता है। बुद्धि दीयां सीमावां तो बाहर की गल है। जिथे जाके मनुख की बुद्धि ये कह दिंदी है, माही मन मेरो बस नाही। जिथे जाके मनुख की बुद्धि ये कह दिंदी है, मैं बड़े यतन कर रहा, मन का मान मिट नहीं रहा। क्योंकि जिन्नियां भी गुरबाणी दे विच बार बार किरपा शब्द और बार बार प्रसाद शब्द जरूर आया है, क्योंकि हरेक चीज़ प्रसाद नाल मिलती है, किरपा नाल मिलती है। ईवन के गुरु नानक साहब जो गुरबाणी उच्चारण करते हैं, वो भी ये शब्द वरतते हैं, जैसी मैं आवे खसम की बाणी। भाव मतलब ये है, बाणी मेरी नहीं है, आवे मैनू बाणी आ रही है। मता ये समझ लिया जाए ये बाणी मेरी उच्चारण की हुई है, नहीं, मैनू बाणी आ रही है। ताई भाई मरदाने नूं कहने, मरदानिया रवाब वजा बाणी आई है। क्योंकि जिहड़ी चीज़ बुद्धि के तल तो निकलती है उन्होंने दुनिया समझ लैंदी है। गुरबाणी बुद्धि के तल तो अगे की गल है। जिथे दिमागी पहुँच खत्म हो जाती है, उत्थों फिर गुरबाणी का शुरुआत शुरू होंदी है। मैं इनू अधकथनी मत समझना। अज तक गुरबाणी के जिन्ने भी अर्थ होए ने मुकम्मल नहीं हैं। क्यों? सारिਆਂ ने अर्थ किते ने अपनी बुद्धि की सीमा दे विच रह के। जिस दिन जेड़ा मनुख अर्थ करेगा और अर्थ करदियां ये कह देगा ये अर्थ मेरे नहीं हैं, ਉਹਦੇ अर्थ कुछ सार्थक हो सकते हैं। जिन्ने भी असी अर्थ पढ़ते हैं, असल च असी कहने फलाने प्रोफैसर के अनुसार, फलाने डॉक्टर के अनुसार नहीं। जिहड़ी चीज़ हजे किसी के अनुसार है वो मुकम्मल नहीं है। जो मनुख ये कह देगा ये अर्थ ते लिखे गए ने, मैनू भी नहीं पता किवें लिखे गए, साध संगत वो मुकम्मल है। क्योंकि गुरबाणी उच्चारण करन तो बाद महाराज अक्सर एक ये भी कह दिया करते सी, मैं भी पूरा नहीं हाँ। महाराज इन्ना शब्द वरत देना, नानक नीच कह विचार वारिया ना जावा एक बार। अपने आप को नीवा कह देना। उस अवस्था दे विच किन्ने गुण ने। ब्रह्म ज्ञान की अवस्था एवें समझ लो जिमें एक फुहारे का फुटना है, एक चश्मे का फुटना है, और जिहड़ा बुद्धि के तल ते ज्ञान है एक छप्पड़ की न्याई है। छप्पड़ अक्सर रोज़ रोज़ वाष्पीकरण होंदे अद्धा पानी उड़ जाता है, अद्धा सुक जाता, अद्धा पानी मिट्टी पी जाती है, अद्धा हवा पी जाती है। जिहड़ी बुद्धि के तल के उत्ते गल करनी है वो छप्पड़ की न्याई है। इस करके ब्रह्म ज्ञान नूं सागर की भी तुलना दी गई है। जिवें सागर का अंत नहीं, सागर के अंदर कितना पानी है ये मिणिया नहीं जा सकता, ब्रह्म ज्ञान के अंदर किन्ने गुण ने ये मिणे नहीं जा सकते। जिहड़े मनुख बंदगी करते ने, रोज़ वाहिगुरू वाहिगुरू गुरु मंत्र मूल मंत्र का जाप करते हैं, रोज़ रोज़ जाप करदियां करदियां जेदा जाप करते हैं उहदे वर्गे होने शुरू हो जाते हैं। जे रोज़ निरभव निरभव जपदा है, मनुख निरभव होना शुरू हो जाता है, सारे भै मिट जाते हैं। हौली हौली जिन्ने भी इस नूं भै ने रोज़ दी रोज़ मिटने शुरू होंदे ने। मैं रात भी ये बेनती कर रही साध संगत, मनुख एक भै दे विच जी रहा है। इहदे कोल जिहड़ी बुद्धि है ये सीमित है,
ਸੀਮਿਤ ਹੋਣਾ ਤੇ ਮਾੜੀ ਗੱਲ ਨਹੀਂ, ਸਾਰਿਆਂ ਕੋਲ ਹੀ ਸੀਮਿਤ ਹੈ, ਪਰ ਸੀਮਿਤ ਬੁੱਧ ਦਾ ਮਾਣ ਹੋਣਾ ਇਹ ਮਾੜੀ ਗੱਲ ਹੈ। ਬੁੱਧੀ ਤੇ ਸੀਮਿਤ ਹੀ ਹੁੰਦੀ ਹੈ, ਦਿਮਾਗ ਦੀ ਇੱਕ ਸੀਮਾ ਹੈ। ਔਰ ਯਾਦ ਰੱਖਣਾ, ਇੱਕ ਸਦੀ ਦੇ ਵਿੱਚ ਇੱਕ ਲੋਕਾਂ ਦੇ ਦਿਮਾਗਾਂ ਦੀ ਸੀਮਾ ਹੁੰਦੀ ਹੈ। ਕਦੇ ਇਸ ਧਰਤੀ ਤੇ ਇਹ ਵੀ ਸਮਾਂ ਸੀ ਜਦੋਂ ਇਹ ਮੰਨਿਆ ਜਾਂਦਾ ਇਹ ਧਰਤੀ ਚਪਟੀ ਹੈ, ਗੋਲ ਨਹੀਂ ਹੈ। ਔਰ ਇਹ ਮੰਨਿਆ ਜਾਂਦਾ ਸੀ ਸੂਰਜ ਖੜਾ ਹੈ, ਧਰਤੀ ਵੀ ਖੜੀ ਹੈ। ਪਰ ਜਿਵੇਂ ਅਗਲੀ ਸਦੀ ਆਈ, ਖੋਜ ਸ਼ੁਰੂ ਹੋਈ, ਅਗਲੀ ਬੁੱਧੀ ਨੇ ਪਿਛਲੀ ਸਦੀ ਦੀ ਬੁੱਧੀ ਨੂੰ ਫੇਲ ਕਰ ਦਿੱਤਾ, ਦਿਮਾਗ ਨੂੰ ਫੇਲ। ਕਹਿੰਦੇ ਨਹੀਂ, ਧਰਤੀ ਘੁੰਮਦੀ ਹੈ, ਸੂਰਜ ਵੀ ਘੁੰਮਦਾ ਹੈ। ਭਾਵ ਇੱਕ ਸਮੇਂ ਦੀ ਬੁੱਧੀ ਦੂਜੇ ਸਮੇਂ ਦੇ ਦਿਮਾਗ ਨੂੰ ਖਤਮ ਕਰ ਦਿੰਦੀ ਹੈ। ਜੋ ਲੋਕ ਅੱਜ ਸੋਚ ਰਹੇ ਨੇ, ਆਪਣੇ ਵੱਲੋਂ ਮੁਕੰਮਲ ਸੋਚ ਰਹੇ ਨੇ, ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਲੋਕਾਂ ਨੂੰ ਮੂਰਖ ਕਹਿਣਗੀਆਂ, ਜੇ ਅੱਜ ਦੀ ਬੁੱਧੀ ਨੂੰ, ਵੀ ਇਹਨਾਂ ਨੂੰ ਕੁਝ ਨਹੀਂ ਸੀ ਪਤਾ। ਜਿਵੇਂ ਅਸੀਂ ਅੱਜ ਤੋਂ 100 ਸਾਲ ਪਿਛਲੇ ਮਨੁੱਖਾਂ ਨੂੰ ਕਹਿੰਦੇ ਆ, ਉਹਨਾਂ ਨੂੰ ਕੁਝ ਨਹੀਂ ਸੀ ਪਤਾ, ਦਿਮਾਗ ਤੇ ਉਹਨਾਂ ਕੋਲ ਵੀ ਸੀ, ਵਿਕਸਿਤ ਨਹੀਂ ਸੀ। ਅਸੀਂ ਕਹਿ ਦਿੰਦੇ ਹਾਂ ਉਹ ਤੇ ਪਾਗਲ ਹੀ ਸਨ, ਅੱਜ ਤੋਂ 100 ਸਾਲ ਪੁਰਾਣੇ। ਪਰ ਅੱਜ ਅਸੀਂ ਜਿਨ੍ਹਾਂ ਨੂੰ ਕਹਿ ਰਹੇ ਹਾਂ, ਕੱਲ੍ਹ 100 ਸਾਲਾਂ ਬਾਅਦ ਅਗਲੀ ਪੀੜ੍ਹੀ ਆਏਗੀ, ਉਹ ਅੱਜ ਦਿਆਂ ਨੂੰ ਕਹਿਣਾ ਸ਼ੁਰੂ ਕਰ ਦੇਵੇਗੀ। ਇਸ ਕਰਕੇ ਗੁਣਾਂ ਦੀ ਕੀਮਤ ਨਹੀਂ ਹੈ, ਗੁਣਾਂ ਦਾ ਅੰਦਾਜ਼ਾ ਨਹੀਂ ਹੈ। ਇੱਕ ਬ੍ਰਹਮ ਗਿਆਨੀ ਮਨੁੱਖ ਦੇ ਅੰਦਰ, ਜਿਹੜਾ ਸਰੀਰ ਦੇ ਵਿੱਚ ਰਹਿ ਕੇ ਬ੍ਰਹਮ ਗਿਆਨ ਦੀ ਅਵਸਥਾ ਨੂੰ ਪਹੁੰਚ ਗਿਆ ਹੈ, ਉਸ ਦੇ ਅੰਦਰ ਕਿੰਨੇ ਗੁਣ ਨੇ ਇਹਦਾ ਕੋਈ ਅੰਦਾਜ਼ਾ ਨਹੀਂ ਹੈ। ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ, ਔਰ ਹਰੇਕ ਚੀਜ਼ ਬ੍ਰਹਮ ਗਿਆਨੀ ਦੇ ਮਨ ਦੇ ਅੰਦਰ ਹੀ ਹੁੰਦੀ ਹੈ। ਹਰੇਕ ਚੀਜ਼ ਬਾਰੇ ਉਸ ਨੂੰ ਗਿਆਨ ਹੁੰਦਾ। ਉਹ ਵੱਖਰੀ ਗੱਲ ਹੈ ਉਹ ਬੋਲੇ ਜਾਂ ਨਾ ਬੋਲੇ। ਮਹਾਰਾਜ ਦੀ ਬਾਣੀ ਦੇ ਵਿੱਚ ਵੀ ਕਹਿੰਦੇ ਨੇ, ਬ੍ਰਹਮ ਗਿਆਨੀ ਮਨੁੱਖ ਤੋਂ ਵੱਖਰਾ ਕੁਝ ਵੀ ਨਹੀਂ ਹੈ ਦੁਨੀਆ 'ਤੇ। ਹਰੇਕ ਚੀਜ਼ ਬਾਰੇ ਉਸ ਨੂੰ ਪੂਰਾ ਗਿਆਨ ਹੈ, ਪੂਰੀ ਨੌਲੇਜ ਹੁੰਦੀ ਹੈ। ਸਾਰੇ ਦੇ ਸਾਰੇ ਗੁਣ ਬ੍ਰਹਮ ਗਿਆਨੀ ਦੇ ਮਨ ਦੇ ਵਿੱਚ ਹੀ ਪ੍ਰਗਟ ਹੋ ਜਾਂਦੇ ਨੇ। ਔਰ ਮੈਂ ਆਪ ਜੀ ਨੂੰ ਕਈ ਵਾਰੀ ਆਪਾਂ ਬੇਨਤੀ ਕੀਤੀ ਹੈ, ਜੋ ਪੁਰਸ਼ ਬ੍ਰਹਮ ਗਿਆਨੀ ਹੋ ਜਾਂਦੇ ਨੇ, ਜਿਹੜੇ ਬਾਰ-ਬਾਰ ਬੰਦਗੀ ਕਰਦੇ ਨੇ, ਬੰਦਗੀ ਕਰਦਿਆਂ ਕਰਦਿਆਂ ਐਸੀ ਅਵਸਥਾ ਨੂੰ ਪਹੁੰਚ ਜਾਂਦੇ ਨੇ, ਉਹਨਾਂ ਦੀ ਅਵਸਥਾ ਨੂੰ ਗਿਣਿਆ ਮਿਣਿਆ ਨਹੀਂ ਜਾ ਸਕਦਾ। ਔਰ ਉਹ ਕਿਹੜੀ ਸਿਚੁਏਸ਼ਨ ਵਿੱਚ ਕਿਹੋ ਜਿਹੇ ਰਹਿ ਸਕਦੇ ਨੇ ਇਹ ਵੀ ਨਹੀਂ ਪਤਾ। ਅੱਗੇ ਮਹਾਰਾਜ ਕਹਿੰਦੇ ਨੇ, ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ। ਬ੍ਰਹਮ ਗਿਆਨੀ ਦੇ ਭੇਦ ਨੂੰ, ਬ੍ਰਹਮ ਗਿਆਨੀ ਦੀ ਉੱਚੀ ਜ਼ਿੰਦਗੀ ਦਾ ਭੇਦ ਕੋਈ ਨਹੀਂ ਪਾ ਸਕਦਾ। ਭਾਵ ਇਹ ਉਹਦੀ ਜ਼ਿੰਦਗੀ ਇੰਨੀ ਉੱਚੀ ਕਿਉਂ ਹੈ, ਉਸ ਦੇ ਅੰਦਰ ਇੰਨੇ ਗੁਣ ਕਿਉਂ ਹਨ, ਗੁਣ ਪ੍ਰਗਟ ਕਿਵੇਂ ਹੋਏ ਨੇ, ਇਹਨਾਂ ਚੀਜ਼ਾਂ ਨੂੰ ਕੋਈ ਭੇਦ ਨਹੀਂ ਇਸ ਚੀਜ਼ ਦਾ ਜਾਣ ਸਕਦਾ। ਉਸ ਦੇ ਅੰਦਰ ਦੀ ਅਵਸਥਾ ਨੂੰ ਹਰੇਕ ਮਨੁੱਖ ਨਹੀਂ ਜਾਣ ਸਕਦਾ। ਕਿਉਂਕਿ ਜਿਵੇਂ ਸਾਧ ਸੰਗਤ, ਇੱਕ ਵਾਰੀ ਇੱਕ ਮਹਾਂਪੁਰਖਾਂ ਦੇ ਕੋਲ ਇੱਕ ਮਨੁੱਖ ਤੁਰ ਕੇ ਆਇਆ। ਉਹ ਕਹਿੰਦਾ, ਮੈਨੂੰ ਪਤਾ ਲੱਗਿਆ ਤੁਹਾਨੂੰ ਬ੍ਰਹਮ ਗਿਆਨ ਹੋਇਆ ਹੈ, ਤੁਸੀਂ ਬ੍ਰਹਮ ਦੇ ਵਿੱਚ ਪਹੁੰਚੀ ਜੁੜੀ ਹੋਈ ਸ਼ਖਸੀਅਤ ਹੋ। ਕਹਿੰਦਾ ਮੈਨੂੰ ਵੀ ਕਰਾ ਦਿਓ। ਉਹ ਕਹਿੰਦੇ ਨੇ ਠੀਕ ਹੈ, ਤੁਹਾਨੂੰ ਵੀ ਅਸੀਂ ਕਰਾ ਸਕਦੇ ਹਾਂ। ਕਹਿੰਦੇ ਕਿੰਨਾ ਪੜ੍ਹੇ ਹੋਏ ਹੋ? ਕਹਿੰਦਾ ਜੀ ਮੈਂ MA ਕੀਤੀ ਹੋਈ ਹੈ। ਤੇ ਸੰਤ ਕਹਿੰਦੇ ਨੇ ਮੈਨੂੰ ਵੀ ਕਰਾ ਦਿਓ। ਕਹਿੰਦੇ ਮਹਾਰਾਜ ਜੀ ਜੇ MA ਕਰਨੀ ਹੈ, ਪਹਿਲਾਂ ਫਸਟ ਕਲਾਸ ਤੋਂ ਸ਼ੁਰੂ ਹੋਣਾ ਪੈਂਦਾ ਹੈ, ਪਹਿਲੀ, ਦੂਜੀ, ਤੀਜੀ, 10ਵੀਂ, 11ਵੀਂ, 12ਵੀਂ, ਫਿਰ ਜਾ ਕੇ ਕਿਤੇ MA ਦਾ ਨੰਬਰ ਆਉਂਦਾ ਹੈ। ਕਹਿੰਦਾ ਬਸ ਇਹੀ ਮੈਂ ਤੈਨੂੰ ਸਮਝਾਉਣਾ ਚਾਹੁੰਦਾ, ਤੂੰ ਬ੍ਰਹਮ ਗਿਆਨ ਦੀ ਮੰਗ ਕਰ ਰਿਹਾ ਹੈ, ਇਹ ਵੀ ਐਵੇਂ ਅਵਸਥਾਵਾਂ ਦੇ ਵਿੱਚ ਦੀ ਗੁਜ਼ਰਨਾ ਪੈਂਦਾ ਹੈ। ਪਹਿਲੀ ਅਵਸਥਾ ਹੈ, ਦੂਜੀ ਹੈ, ਤੀਜੀ ਹੈ। ਕਿਉਂਕਿ ਸਾਧ ਸੰਗਤ, ਗਿਆਨ ਨੂੰ ਸਹਾਰਨਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ। ਭਾਵੇਂ ਉਹ ਬੁੱਧੀ ਦੇ ਤਲ ਦਾ ਵੀ ਗਿਆਨ ਹੈ, ਸਮਝ ਨੂੰ ਮਨੁੱਖ ਸਮਝਦਾਰ ਹੋਏ ਔਰ ਆਪਣੀ ਸਮਝ ਦੇ ਉੱਤੇ ਮਾਣ ਨਾ ਹੋਏ, ਇਹ ਬੜਾ ਘੱਟ ਹੁੰਦਾ ਹੈ। ਅਕਸਰ ਸਮਝਦਾਰ ਮਨੁੱਖ ਨੇ
ਉਹਨਾਂ ਦੇ ਅੰਦਰ ਹੰਕਾਰ ਦੀ ਬਦਬੂ ਆਉਂਦੀ ਹੋਈ ਰਹਿੰਦੀ ਹੈ। ਸਮਝਦਾਰੀ ਹੋਏ ਔਰ ਸਮਝਦਾਰੀ ਦੇ ਨਾਲ ਹੰਕਾਰ ਨਾ ਹੋਏ, ਐਸਾ ਬੜਾ ਮੁਸ਼ਕਲ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਐਸਾ ਮਨੁੱਖ ਹੁੰਦਾ ਹੈ, ਹੁੰਦਾ ਵੀ ਗੁਣਾਂ ਦਾ ਖਜ਼ਾਨਾ ਹੈ, ਹੰਕਾਰ ਵੀ ਨਹੀਂ ਹੁੰਦਾ। ਐਸਾ ਹੁੰਦਾ ਹੈ, ਦੁਨੀਆ ਦੇ ਹਰੇਕ ਚੀਜ਼ ਨੂੰ ਜਾਣਦਾ ਹੁੰਦਾ ਹੈ, ਜਾਣ ਕੇ ਵੀ ਚੁੱਪ ਰਹਿੰਦਾ ਹੈ। ਦੁਨੀਆ ਦੇ ਹਰੇਕ ਮਨੁੱਖ ਦੇ ਬਾਰੇ ਹਰੇਕ ਚੀਜ਼ ਜਾਣਦਾ ਹੈ, ਹਰੇਕ ਦੇ ਗੁਣਾਂ ਦਾ ਵੀ ਪਤਾ ਹੈ, ਔਗੁਣਾਂ ਦਾ ਵੀ ਪਤਾ ਹੈ, ਉਹਦੀ ਹਰੇਕ ਗਲਤੀ ਦਾ ਪਤਾ ਹੈ, ਫਿਰ ਵੀ ਚੁੱਪ ਰਹਿੰਦਾ ਹੈ। ਸਾਧ ਸੰਗਤ, ਇਹਦਾ ਮਤਲਬ ਹੈ ਮਾਣ ਹੁੰਦਿਆਂ ਵੀ, ਬੁੱਧੀ ਹੁੰਦਿਆਂ ਵੀ ਚੁੱਪ ਰਹਿਣਾ, ਭਾਵ ਆਪਣੇ ਅੰਦਰ ਹਰੇਕ ਚੀਜ਼ ਨੂੰ ਸਮਾ ਲੈਣਾ। ਇਹ ਬ੍ਰਹਮ ਗਿਆਨ ਦੀ ਅਵਸਥਾ ਦੇ ਵਿੱਚ ਜਾ ਕੇ ਹੀ ਮਨੁੱਖ ਕਰ ਸਕਦਾ ਹੈ। ब्रह्म ज्ञानी का कौन जाने भेद, ब्रह्म ज्ञानी को सदा आदेश। इस करके जो ब्रह्म ज्ञान की अवस्था में पहुँच गए ने, उन्होंने तो सदा नमस्कार ही करनी चाहिए है। और साथ संग मैं कल भी बेनती की, जो मनुख ब्रह्म ज्ञान च पहुँच गया, उदों ना फिर किसी धर्म का रह जाता है, साझा हो जाता है। इस करके महाराज ने हरेक सिख नूं यही हदायत दी है कि तू बंदगी कर, बंदगी करके जदों भी तू अगे पहुँच जाएगा, जदों सिख बन जाएगा, उदों फिर धर्मां दे बंधन चुके जाएंगे। क्योंकि जिन्नियां भी मनुख के अंदर रोकां ने, भावें पहरावे दी होए, भावें बाहरी लिबास दी होए, भावें उहदा अपना कर्म कांड होए, ये सारे दे सारे बंधन हैं। ये सारे दे सारे मनुख की सुरती नूं दबी रखते हैं। सुरत अगे नहीं जाती, इन्हां तों अगे जाती नहीं। सुरती विच यही चीज़ां रहिंदियां ने। पर जिवें मनुख जप जप के उस अवस्था विच पहुँच जाता है, उस अवस्था विच पहुँचण दे नाल ही मनुख दे अंदर दे बंधन कट्टे जाते हैं। मनुख दे अंदर किसी भी प्रकार की रोक नहीं रहिंदी, ना किसी धर्म की रोक, ना किसी जात की रोक, ना किसी परिवार की रोक, ना गरीब की रोक, ना गरीबी की रोक, ना अमीरी की रोक। सारियां रोकां खत्म हो जांदियां ने। ब्रह्म ज्ञानी को सदा आदेश, ब्रह्म ज्ञानी का कथया न जाए अध्याक्षर। अध्याक्षर का मतलब है साध संग अद्धा अखर। ब्रह्म ज्ञानी दे बारे, ब्रह्म ज्ञानी दी महिमा का महाराज कहते हैं अद्धा अखर भी नहीं कहा जा सकता। किड्डी वड्डी शख्सियत होएगा ब्रह्म ज्ञानी। आपां जदों वेखदे हैं ना गुरबाणी के अर्थ, रोज़ रोज़ मनुख नवे अर्थ करता है, रोज़ नवे अर्थ करके भी उन्होंने इवें लगता है मुकम्मल नहीं होए। बाणी ब्रह्म ज्ञान है। महाराज जी दे दसे हुए शब्दों का रोज़ रोज़ अर्थ समझण तो बाद मनुख नूं ये लगता है हजे मैनूं इहदा कुछ भी समझ नहीं आया। जपजी साहब नूं बार बार पढ़न दे नाल, बार बार उहदी विचार करन दे नाल जे मनुख तुर रहा है, जिग्यासू है, उन्होंने एको चीज़ समझ विच आएगी, ये मेरी समझ तो बाहर की चीज़ है। जिसनों ये पता लग गया ये मेरी समझ तो बाहर की चीज़ है, वो फिर यतन करता है परमेश्वर नूं पाउण दे। मैं फिर बेनती करा, मनुख नूं जदों तई माण अपनी समझदा है, अपनी सोचदा है, उदों तई सोच तो बाहर नहीं हो जा सकता। और अपनी समझ दे विच घिरे रहना यह भी एक बंधन है। और मनुख की ये फितरत है, जो कुछ यदी समझ है ये दूजियां ते भी उवें थोपना चाहता है। अज कई बारी असीं वेखदे हां धर्म दे विच, संप्रदायां दे विच लड़ाई चलती है। वो लड़ाई काहदी समझ दी है। हरेक मनुख की वक्खो वक्खरी समझ है। फिर हरेक मनुख ये कहता है जो मैनू समझ विच आया है यही सारे मन लैण। हरेक मनुख की ये पछाण है। हरेक मनुख ये सोचता है जो मेरी समझ विच आ गया
ਜਿੰਨੀ ਵੀ ਚੀਜ਼ ਮੇਰੀ ਸਮਝ ਵਿੱਚ ਆਈ ਹੈ ਸਾਰੀ ਦੁਨੀਆ ਉਸ ਨੂੰ ਹੀ ਮੰਨ ਲਵੇ, ਪਰ ਐਸਾ ਨਹੀਂ ਹੁੰਦਾ। ਹਰੇਕ ਮਨੁੱਖ ਦੀ ਸੋਚ ਵੱਖੋ ਵੱਖਰੀ ਹੈ, ਹਰੇਕ ਮਨੁੱਖ ਦੀ ਸਮਝ ਵੱਖੋ ਵੱਖਰੀ ਹੈ, ਹਰੇਕ ਮਨੁੱਖ ਦੇ ਸੋਚਣ ਸ਼ਕਤੀ ਵੀ ਵੱਖੋ ਵੱਖਰੀ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਿਆਖਰ, ਉਹਦੀ ਮਹਿਮਾ ਦਾ ਅੱਧਾ ਅੱਖਰ ਵੀ ਨਹੀਂ ਕਿਹਾ ਜਾ ਸਕਦਾ। ਬ੍ਰਹਮ ਗਿਆਨੀ ਕਿੱਡੀ ਵੱਡੀ ਅਵਸਥਾ ਦਾ ਮਾਲਕ ਹੈ, ਉਹਦੀ ਮਹਿਮਾ ਦੇ ਵਿੱਚ ਅੱਧਾ ਅੱਖਰ ਨਹੀਂ ਕਿਹਾ ਜਾ ਸਕਦਾ। ਬਾਣੀ ਦੇ ਵਿੱਚ ਮਹਾਰਾਜ ਕਹਿੰਦੇ ਨੇ, ਸੱਚੇ ਪਾਤਸ਼ਾਹ ਦੇ ਵਾਸਤੇ ਸ਼ਬਦ ਵਰਤਦੇ ਨੇ, ਕਹਿੰਦੇ ਸੱਚੇ ਪਾਤਸ਼ਾਹ ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ, ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ। हे परमात्मा जी, जो तू मैनू शक्ति दिती है ਉਹਦੇ ਅਨੁਸਾਰ ਹੀ मैं बोल सकदा, नहीं मेरे मूर्ख कोलों बोलिया जाता ही नहीं। जिस दिन मुहम्मद साहब जी नूं कुरान नाजल होई ना, उन्होंने भी इको ही गल कही। उन्होंने घर दे कहंदे ने मुहम्मद तू बड़ियां उच्चियां गल्लां करन लग पे। मुहम्मद साहब कहंदे ने असल दे विच मुहम्मद ते हुण चुप हो गया, हुण ते रब बोलदा है, मैं तो चुप हो गया कदों दा। ये जिहड़े बोल मैं बोल रहा ये मेरे नहीं हैं, ये मेरी बुद्धि तो बाहर दे बोल ने, मैनू भी नहीं पता कित्थों आ रहे हैं। मुहम्मद हुण चुप हो गया। एवें गुरु साहब महाराज कहते जैसी मैं आवे खसम की बाणी तैसड़ा करी ज्ञान विला लो। इस करके महाराज साहब कहते हैं ब्रह्म ज्ञानी सर्व का ठाकुर। जो ब्रह्म ज्ञानी पुरुष है वो सारे जीवां दा पूज्य है। सारे जीव उन्होंने समझ उन्होंने अपना ठाकुर समझते हैं। सारे जीवां दे उत्ते उहदा राज चलता है। हर एक जीव उन्होंने समझण वाला बन जाता है। साध संगत ब्रह्म ज्ञान की अवस्था है। मस्कीन जी क्या करते सन जो पाकिस्तान ते भारत की वंड हुई, क्योंकि जेडे ब्रह्म ज्ञानी पुरुष ने उन्होंने पहले ही पता लगना शुरू हो जाता है अगलियां चीज़ों का। कहते उन्होंने जिन्नी उन्होंने संगत पाकिस्तान से जुड़ी हुई सी 1945-46 उन्होंने कहना शुरू कर दिता भाई आपो अपन जमीनां बेच दो, जो कुछ वटिया जाता है वट लो, इस तो बाद फिर कुछ नहीं मिलना। कहते कई तो सियाने सन उन्होंने उन्होंने गल मनी वेच के ते भारत च आके जमीनां ले लिया। कई ऐसे भी सन जेडे उन्होंने समझते थे पागल एवं ही बोलता रहता है। क्योंकि साध संगत जो बुद्धि कठोर होंदी है ना उदों चंगी गल भी मनुख की समझ नहीं आती होंदी। भावें गुरबाणी 70 वारी प्रमाण दई चले, जदों ती बुद्धि कठोर है, कठोर मन दे विच ये निर्मल बाणी प्रवेश नहीं करती। ये बाणी का प्रवेश उत्थे हुंदा है जिथे पावर ऑफ एक्सैप्टेंस हुंदी है, उत्थे जांदा है। जिन्हां ने नहीं मन्नी बाद दे विच बड़ा कतलेआम होया, किसी ने कुछ ना लभ्या। भाव जिहड़ा ब्रह्म ज्ञानी है वह सारिਆਂ ਦਾ पूज्य क्यों बन जाता है? कारण यह है ਉਹਦੇ ਵਿੱਚ फिर अदृश्य शक्तियां बन जांदियां ने। उस दे कोल दैवी शक्तियां हुंदियां ने जिहड़ियां शक्तियां आम मनुख दे कोल नहीं हुंदियां। जिवें गुरु गोबिंद सिंह महाराज जी दे कोल सच्चे पातशाह जदों माछीवाड़े दे जंगलों तो या अगों निकले, उत्थे 2 सिख महाराज जी नूं अपने घर ले गए। महाराज साहब जी के अगे दुध उन्हें लिया के पेश किया। महाराज साहब ने कहा यह जिहड़ा दुध है ये मैनूं लगता है बूरी मझ दा है। वो कहते हाँ जी महाराज। अगले दिन उन्हें सोचा भी चलो क्यों ना गुरु की दैवी शक्ति नूं परख के वेखीए। उन्हें दोवें जणियां ने काली मझ का दुध लै के ते महाराज के समक्ष रखा। महाराज सच्चे पातशाह कहते भाई अज काली मझ का दुध लै आओ। कि नहीं नहीं महाराज घरदियां ने पता नहीं किवें रख, सानूं तो पता ही नहीं। महाराज कहते पता तुहानूं सारा कुछ है, हरेक चीज़ बारे तुसीं जानते हो, पर तुसीं गुरु की दैवी शक्ति नूं परखना चाहुंदे हो, तां ये पुछ रहे। साध संगत भाव ये
ਜੋ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਪਹੁੰਚ ਜਾਂਦੇ ਨੇ, ਹਰੇਕ ਚੀਜ਼ ਦਾ, ਅੱਗੇ ਆਉਣ ਵਾਲੀਆਂ ਘਟਨਾਵਾਂ ਦਾ ਗਿਆਨ, ਕਿਸ ਮਨੁੱਖ ਦੇ ਨਾਲ ਕੀ ਵਾਪਰਿਆ, ਕਿਉਂ ਵਾਪਰਿਆ, ਇਹ ਉਹਨੂੰ ਪਤਾ ਲੱਗ ਜਾਂਦਾ ਹੈ। ਹਰੇਕ ਚੀਜ਼ ਦੇ ਬਾਰੇ ਉਹਨਾਂ ਨੂੰ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ। ਬ੍ਰਹਮ ਗਿਆਨੀ ਦੇ ਬਾਰੇ ਅੰਦਾਜ਼ਾ ਕੌਣ ਲਾ ਸਕਦਾ ਹੈ। ਮਿਤ ਦਾ ਮਤਲਬ ਅੰਦਾਜ਼ਾ। ਬ੍ਰਹਮ ਗਿਆਨੀ ਕਿੱਡਾ ਵੱਡਾ ਹੁੰਦਾ ਹੈ, ਕਿਉਂਕਿ ਬ੍ਰਹਮ ਗਿਆਨੀ ਕੋਈ ਮਨੁੱਖ ਦਾ ਨਾਂ ਨਹੀਂ ਹੈ ਸਾਧ ਸੰਗਤ, ਬ੍ਰਹਮ ਗਿਆਨੀ ਅਵਸਥਾ ਦਾ ਨਾਂ ਹੈ। ਅੱਜ ਤੇ ਅਸੀਂ ਮਨੁੱਖਾਂ ਦੇ ਲਿਬਾਸ ਤੋਂ ਸਮਝ ਲੈਂਦੇ ਹਾਂ ਇਹ ਬ੍ਰਹਮ ਗਿਆਨੀ ਹੈ, ਫਲਾਣਾ ਸਾਧੂ ਹੈ, ਉਹ ਸੰਤ ਹੈ। ਲਿਬਾਸ ਦਾ ਨਾਂ ਨਹੀਂ ਹੈ। ਇਹ ਸਭ ਅਵਸਥਾਵਾਂ ਨੇ। ਸੰਤ ਵੀ ਇੱਕ ਅਵਸਥਾ ਹੈ, ਕਿਉਂ ਸਰੀਰ ਤੇ ਇੱਥੇ ਖਤਮ ਹੋਣਾ ਹੈ। ਜੇ ਸਰੀਰ ਸੰਤ ਬਣ ਸਕਦਾ ਹੈ, ਜੇ ਸਰੀਰ ਬ੍ਰਹਮ ਗਿਆਨੀ ਬਣ ਸਕਦਾ ਹੈ, ਫਿਰ ਤੇ ਬ੍ਰਹਮ ਗਿਆਨੀ ਮਰੇਗਾ ਵੀ। ਔਰ ਬਾਣੀ ਕਹਿੰਦੀ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਫਿਰ ਤੇ ਬ੍ਰਹਮ ਗਿਆਨੀ ਮਰ ਗਿਆ, ਸਰੀਰ ਬ੍ਰਹਮ ਗਿਆਨੀ ਨਹੀਂ ਹੁੰਦਾ। ਜੇ ਸਰੀਰ ਬ੍ਰਹਮ ਗਿਆਨੀ ਹੈ, ਫਿਰ ਬ੍ਰਹਮ ਗਿਆਨੀ ਦੀ ਮੌਤ ਵੀ ਹੈ, ਪਰ ਬਾਣੀ ਕਹਿੰਦੀ ਬ੍ਰਹਮ ਗਿਆਨੀ ਨਹੀਂ ਮਰਦਾ। ਸਰੀਰ ਖਤਮ ਹੁੰਦਾ ਹੈ, ਭਾਵੇਂ ਬ੍ਰਹਮ ਗਿਆਨੀ ਉਹਦਾ ਵੀ ਹੁੰਦਾ ਹੈ। ਬ੍ਰਹਮ ਗਿਆਨ ਇੱਕ ਅਵਸਥਾ ਦਾ ਨਾਮ ਹੈ। ਬਾਣੀ ਕਹਿੰਦੀ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ। ਬ੍ਰਹਮ ਗਿਆਨੀ ਦਾ ਅੰਦਾਜ਼ਾ ਕੌਣ ਲਗਾ ਸਕਦਾ ਹੈ, ਉਹਦੀ ਅਵਸਥਾ ਦਾ ਅੰਦਾਜ਼ਾ ਕੌਣ ਲਗਾ ਸਕਦਾ, ਕੋਈ ਨਹੀਂ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਜਿਵੇਂ ਸਾਧ ਸੰਗਤ ਇੱਕ ਬੜਾ ਵੱਡਾ ਡਾਕਟਰ ਹੋਏ ਨਾ, ਤੇ ਆਪਾਂ ਕਹੀਏ ਫਲਾਣਾ ਡਾਕਟਰ ਬਹੁਤ ਵੱਡਾ ਹੈ, ਤੇ ਮਨੁੱਖ ਜੇ ਉਹਨੂੰ ਪੁੱਛੇ ਤੁਸੀਂ ਵੀ ਡਾਕਟਰ ਹੋ, ਕਹਿੰਦਾ ਨਹੀਂ। ਫਿਰ ਜੇ ਤੁਸੀਂ ਡਾਕਟਰ ਨਹੀਂ ਹੋ, ਤੁਹਾਨੂੰ ਕਿਵੇਂ ਪਤਾ ਅਗਲਾ ਬੜਾ ਵੱਡਾ ਡਾਕਟਰ ਹੈ। ਕਿਉਂਕਿ ਡਾਕਟਰ ਕਿੱਡਾ ਵੱਡਾ ਹੈ ਇਹ ਤੇ ਡਾਕਟਰ ਹੀ ਜਾਣ ਸਕਦਾ ਹੈ ਨਾ। ਕਿਸੇ ਮਨੁੱਖ ਦੇ ਵਿੱਚ ਕਿੰਨੇ ਗੁਣ ਨੇ ਇਹ ਤੇ ਉਹੀ ਜਾ ਸਕਦਾ ਜੇ ਅਗਲੇ ਵਿੱਚ ਵੀ ਗੁਣ ਹੋਣ। ਆਪਣੇ ਵਿੱਚ ਕੋਈ ਗੁਣ ਨਹੀਂ, ਫਿਰ ਦੂਜੇ ਦੇ ਗੁਣਾਂ ਦੀ ਕਿਵੇਂ ਅੰਦਾਜ਼ਾ ਲਗਾਇਆ ਜਾ ਸਕਦਾ। ਸੰਤ ਦਾ ਅੰਦਾਜ਼ਾ ਇੱਕ ਸੰਤ ਲਗਾ ਸਕਦਾ ਹੈ, ਹਰੇਕ ਮਨੁੱਖ ਨਹੀਂ ਲਗਾ ਸਕਦਾ। ਕਈ ਵਾਰੀ ਬਾਣੀ ਤੇ ਇਹ ਕਹਿੰਦੀ ਹੈ ਬਾਹਰੋਂ ਸੰਤ ਦਾ ਭੇਖ ਵੀ ਹੋ ਸਕਦਾ ਹੈ, ਔਰ ਇਸ ਬਾਹਰੀ ਭੇਖ ਨੂੰ ਵੇਖ ਕੇ ਬੜੀ ਦੁਨੀਆ ਉਹਦੀ ਗ੍ਰਿਫਤ ਦੇ ਵਿੱਚ ਆ ਜਾਂਦੀ ਹੈ। ਅੱਜ ਤੇ ਆਈ ਵੀ ਹੈ। ਜਿਸ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲਣੀ ਸੀ, 22 ਜਣੇ ਬੈਠੇ ਨੇ, ਔਰ ਇਹ ਨਹੀਂ ਹੈ 22 ਦੇ 22 ਮੰਜੀਆਂ ਦੀ ਪੂਜਾ ਹੋ ਰਹੀ ਹੈ ਬੜੀ ਜ਼ਿਆਦਾ, ਲੋਕੀ ਉਹਨਾਂ ਨੂੰ ਮੱਥੇ ਟੇਕ ਰਹੇ ਨੇ। ਇਹਦਾ ਮਤਲਬ ਇਹ ਹੈ ਹਰੇਕ ਮਨੁੱਖ ਤੇ ਇਸ ਚੀਜ਼ ਦਾ ਅੰਦਾਜ਼ਾ ਨਹੀਂ ਲਗਾ ਸਕਦਾ। ਹਰੇਕ ਮਨੁੱਖ ਦੇ ਕੋਲ ਤੇ ਇਹ ਪਾਵਰ ਨਹੀਂ ਹੈ ਇਸ ਚੀਜ਼ ਦਾ ਅੰਦਾਜ਼ਾ ਲਗਾਏ, ਨਹੀਂ ਲਗਾ ਸਕਦਾ। ਹੁਣ 22 ਦੇ 22 ਬੈਠੇ ਨੇ, 22 ਦੇ 22 ਦੀ ਪੂਜਾ ਹੋ ਰਹੀ ਹੈ। ਇੱਕ ਗੁਰੂ ਤੇਗ ਬਹਾਦਰ ਮਹਾਰਾਜ ਨੇ ਜਿਨ੍ਹਾਂ ਦੀ ਪੂਜਾ ਨਹੀਂ, ਸਿਰਫ ਉਹ ਬੈਠੇ ਨੇ। ਇਹਦਾ ਮਤਲਬ ਇਹ ਹੈ ਦੁਨੀਆ ਬਾਹਰੀ ਤੌਰ ਤੇ ਮਨੁੱਖ ਦੇ ਲਿਬਾਸ ਤੇ ਹੀ ਰਿੱਝ ਜਾਂਦੀ ਹੈ। ਬਾਣੀ ਨੇ ਇਸ ਕਰਕੇ ਕਿਹਾ, ਕਈ ਵਾਰੀ ਇਹ ਵੀ ਹੋ ਸਕਦਾ ਹੈ, ਕਹਿੰਦੇ ਅੰਤਰ ਉਹਦੇ ਅਗਨ ਹੋਏ, ਅੰਤਰ ਅਗਨ ਬਾਹਰ ਤਨ ਸਵਾਹ। ਕਈ ਵਾਰੀ ਐਸਾ ਹੋ ਸਕਦਾ ਹੈ ਅੰਦਰ ਕ੍ਰੋਧ ਨਾਲ ਭਰਿਆ ਹੋਏ, ਬਾਹਰ ਪਿੰਡੇ ਤੇ ਸਵਾਹ ਮਲੀ ਹੋਈ, ਮੈਂ ਸ਼ਾਂਤ ਹੋ ਗਿਆ। ਐਸਾ ਹੋ ਸਕਦਾ ਹੈ। ਸਾਧ ਸੰਗਤ ਮੈਂ ਫਿਰ ਕਹਾਂ, ਬ੍ਰਹਮ ਗਿਆਨ ਇੱਕ ਅਵਸਥਾ ਦਾ ਨਾਂ ਹੈ, ਕਿਸੇ ਸਰੀਰ ਦਾ ਨਹੀਂ। ਔਰ ਉਹ ਅਵਸਥਾ ਦਾ ਮਾਲਕ ਕੋਈ ਹੁੰਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਨੇ ਬੜਾ ਸਪਸ਼ਟ ਕਿਹਾ ਕੌਣ ਹੁੰਦਾ ਹੈ ਬ੍ਰਹਮ ਗਿਆਨੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਸਾਸਕ ਕੰਚਨ ਨੂੰ ਮਿੱਟੀ ਕਰਕੇ ਜਾਣਨਾ, ਇਹ ਬ੍ਰਹਮ ਗਿਆਨ ਦੀ ਅਵਸਥਾ ਦਾ ਕਦਮ ਹੈ। ਜੋ ਨਰ ਦੁੱਖ ਮਹਿ, ਦੁੱਖ ਤੇ ਹੈ ਪਰ ਦੁੱਖ ਮੰਨਦਾ ਨਹੀਂ। ਭਾਵ ਦੁੱਖ ਦੇ ਵਿੱਚ ਵੀ ਉਹਦੀ ਉਹੀ ਰਿਐਕਸ਼ਨ ਹੈ ਜਿਹੜੀ ਸੁੱਖ ਵਿੱਚ ਹੈ। ਸੁੱਖ ਦੇ ਵਿੱਚ ਵੀ ਐਵੇਂ ਹੀ ਗੱਲ ਕਰਦਾ ਹੈ ਜਿਵੇਂ ਦੁੱਖ ਵਿੱਚ ਕਰਦਾ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਦਿਨ ਆਨੰਦਪੁਰ ਸਾਹਿਬ ਦੇ ਵਿੱਚ 5 ਕਿਲੇ ਨੇ, ਫੌਜਾਂ ਬਹੁਤ ਨੇ, ਉਦਣ ਵੀ ਉਸੇ ਅਵਸਥਾ 'ਚ ਨੇ ਜਿਸ ਦਿਨ ਮਾਛੀਵਾੜੇ ਦੇ ਵਿੱਚ ਸਾਰੇ ਬੱਚੇ ਕੋਲੋਂ ਵਿਛੜ ਗਏ ਨੇ, ਕੋਲ ਜੋੜਾ ਵੀ ਨਹੀਂ, ਘੋੜਾ ਵੀ ਨਹੀਂ, ਉਸ ਦਿਨ ਵੀ ਉਹੀ। ਔਰ ਸ਼ਬਦ ਕੀ ਉਚਾਰਨ ਕਰਦੇ ਨੇ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।
ਕੱਲ੍ਹ ਨੂੰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵੀ ਹੈ। ਉਹਦੇ ਸੰਬੰਧ ਦੇ ਵਿੱਚ ਮੈਂ ਆਪ ਜੀ ਦੇ ਸਾਹਮਣੇ ਬੇਨਤੀਆਂ ਕਰਾਂ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਦੇ ਕਿਲੇ 5 ਕਿਲੇ ਮਹਾਰਾਜਾ ਨੇ ਬਣਾਏ, ਉਹਨਾਂ ਕਿਲਿਆਂ 'ਚ ਰਹਿੰਦੇ ਨੇ। ਭਾਵੇਂ ਕਿ ਅਨੰਦਪੁਰ ਸਾਹਿਬ ਨੂੰ ਜਦੋਂ ਦੇ ਕਿਲੇ ਬਣੇ ਨੇ, ਇਤਿਹਾਸਕਾਰ ਲਿਖਦੇ ਨੇ 14 ਵਾਰੀ ਹਮਲਾ ਅਨੰਦਪੁਰ ਸਾਹਿਬ ਤੇ ਪਹਿਲਾਂ ਹੋਇਆ। 13 ਵਾਰੀ, ਇੱਕ ਤੇ ਲਾਸਟ ਹਮਲਾ ਸੀ, 13 ਵਾਰੀ ਪਹਿਲਾਂ ਵੀ ਹਮਲਾ ਹੋਇਆ। ਪਹਾੜੀ ਰਾਜਿਆਂ ਨੇ 13 ਵਾਰੀ ਹਮਲਾ ਅਨੰਦਪੁਰ ਸਾਹਿਬ ਤੇ ਕੀਤਾ। ਔਰ ਹਮਲਾ ਕਰਨ ਦਾ ਕਾਰਨ ਕੀ ਹੈ? ਲੁੱਟਣਾ। ਸਿਰਫ ਜੋ ਗੁਰੂ ਦੇ ਕੋਲ ਵਸਤੂਆਂ ਨੇ ਸਾਰੀਆਂ ਖੋਹ ਕੇ ਲੈ ਜਾਓ। ਕਿਉਂਕਿ ਜਿਹੜਾ ਪਾਵਰ ਦੇ ਵਿੱਚ ਮਨੁੱਖ ਹੁੰਦਾ ਹੈ, ਪਾਵਰ ਕਿਸੇ ਵੀ ਚੀਜ਼ ਦੀ ਹੋਏ, ਪਦ ਹੋਏ, ਪ੍ਰਤਿਸ਼ਠਾ ਹੋਏ, ਇੱਕ ਮਨੁੱਖ ਪਾਵਰ ਦੇ ਵਿੱਚ ਹੈ, ਉਹ ਨਹੀਂ ਚਾਹੁੰਦਾ ਮੇਰੇ ਬਰਾਬਰ ਦਾ ਕੋਈ ਸ਼ਰੀਕ ਪੈਦਾ ਹੋਏ। ਇਸ ਕਰਕੇ ਯਾਦ ਰੱਖਣਾ, ਜਿਹੜੀਆਂ ਚੀਜ਼ਾਂ ਇੱਕ ਮਨੁੱਖ ਦੇ ਕੋਲ ਨੇ, ਜੇ ਗਵਾਂਢੀ ਕੋਲ ਵੀ ਹੋ ਜਾਣ ਮਨੁੱਖ ਦੀ, ਉਹਦੇ ਨਾਲ ਈਰਖਾ ਹੋ ਜਾਂਦੀ ਹੈ। ਈਰਖਾ ਹੋਣ ਦਾ ਕਾਰਨ ਕੀ ਹੈ? ਜੋ ਮੇਰੇ ਕੋਲ ਹੈ ਇਹਦੇ ਕੋਲ ਕਿਉਂ ਹੋ ਗਿਆ? ਇਹ ਉਹਦੀ ਈਰਖਾ ਦਾ ਕਾਰਨ ਬਣ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਈਰਖਾ ਦਾ ਕਾਰਨ ਕੀ ਹੈ? ਰਾਜੇ ਇੱਕ ਮਹਾਰਾਜਿਆਂ ਦੀ ਤਰ੍ਹਾਂ ਜਿਉਂਦੇ ਨੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਵੇਂ ਕਲਗੀ ਲਾਉਂਦੇ ਨੇ, ਘੋੜਾ ਰੱਖਦੇ ਨੇ, ਜਿਵੇਂ ਛਤਰੀਆਂ, ਜਿਵੇਂ ਹੱਥ ਦੇ ਵਿੱਚ ਕਿਰਪਾਨ ਵੀ ਰੱਖਦੇ ਨੇ, ਚੋਲਾ ਵੀ ਪਾਉਂਦੇ ਨੇ, ਨਗਾਰਾ ਵੀ ਵੱਜਦਾ ਹੈ। ਹੁਣ ਇਹ ਸਾਰੀ ਦੀਆਂ ਸਾਰੀਆਂ ਨਿਸ਼ਾਨੀਆਂ ਰਾਜਸੀ ਨੇ। ਨਗਾਰਾ ਰਾਜਸੀ ਹੈ, ਕਿਰਪਾਨ ਰੱਖਣਾ ਰਾਜਸੀ ਹੈ। ਅੱਜ ਤਾਈਂ ਭਗਤ ਹੋਏ ਉਹਨਾਂ ਕਿਰਪਾਨਾਂ, ਭਾਵੇਂ ਕਿ ਜਿੰਨੇ ਅਵਤਾਰ ਹੋਏ ਨੇ ਹਿੰਦੂ ਮੱਤ ਦੇ ਅੰਦਰ ਹੋਏ ਨੇ, ਸਾਰਿਆਂ ਅਵਤਾਰਾਂ ਦੇ ਹੱਥ ਵਿੱਚ ਕੋਈ ਨਾ ਕੋਈ ਹਥਿਆਰ ਜ਼ਰੂਰ ਹੈ। ਇਹ ਤੇ ਉੱਥੋਂ ਹੀ ਸ਼ੁਰੂ ਹੁੰਦਾ ਕੰਮ। ਸ਼੍ਰੀ ਰਾਮਚੰਦਰ ਜੀ ਨੇ, ਜਿਨੇ ਪਰਸ਼ੂਰਾਮ ਦੇ ਕੋਲ ਕੁਹਾੜਾ ਹੈ, ਜਿੰਨੇ ਵੀ ਅਵਤਾਰ ਨੇ, ਸ਼ਿਵ ਜੀ ਦੇ ਕੋਲ ਤਰਸ਼ੂਲ ਹੈ, ਸਾਰਿਆਂ ਦੇ ਕੋਲ ਕੋਈ ਨਾ ਕੋਈ ਹਥਿਆਰ ਜ਼ਰੂਰ ਹੈ। ਉਹਨਾਂ ਨੂੰ ਇਹ ਪਤਾ ਹੈ ਹਥਿਆਰਾਂ ਤੋਂ ਬਿਨਾਂ ਗਤੀ ਨਹੀਂ ਹੈ। ਸਮਾਜਿਕ ਤੌਰ ਤੇ ਰਹਿਣਾ ਹਥਿਆਰ ਜ਼ਰੂਰੀ ਨਹੀਂ, ਕਿਉਂਕਿ ਮੂਰਖ ਗੰਢ ਪਵੈ ਮੋਹੇ ਮਾਰ। ਮੂਰਖ ਮਨੁੱਖ ਗੱਲਾਂ ਬਾਤਾਂ ਨਾਲ ਨਹੀਂ ਸਮਝਦੇ। ਪਹਿਲਾਂ ਤੇ ਮਹਾਰਾਜ ਨੇ ਬਾਣੀ 'ਚ ਇਹ ਕਿਹਾ, ਪਹਿਲਾਂ ਤੇ ਗੱਲਾਂ ਬਾਤਾਂ ਨਾਲ ਸਮਝਾਉਣ ਦਾ ਯਤਨ ਕਰਨਾ ਚਾਹੀਦਾ ਹੈ। 1 ਵਾਰੀ ਕਰੋ, 2 ਵਾਰੀ ਕਰੋ, 3 ਵਾਰੀ ਕਰੋ। ਜਦੋਂ ਸਾਰੇ ਹੀ ਹਿੱਲੇ ਖਤਮ ਹੋ ਜਾਣ, ਫਿਰ ਅੰਤ ਦੇ ਵਿੱਚ ਮਹਾਰਾਜ ਤੇ ਇੱਕ ਹੀ ਗੱਲ ਕਹਿੰਦੇ ਨੇ, ਕਿਰਪਾਨ ਨਾਲ ਸਿਰ ਲਾ ਦਿਓ, ਬਸ ਦੂਜਾ ਕੰਮ ਪੁੱਛੋ ਹੀ ਨਾ, ਕਿਉਂਕਿ ਉਹਨੇ ਨਹੀਂ ਮੰਨਣਾ। ਚੂੰਕਾਰ ਅਜਾ ਹਮ ਹੀਲ ਤੇ ਦਰ ਗੁਦਸ਼ਤ, ਹਲਾਲ ਲਸਤ ਬੁਰਦਨ ਬੋ ਸ਼ਮਸ਼ੀਰ ਦਸਤ। ਕਹਿੰਦੇ ਜਦੋਂ ਸਾਰੇ ਹਿੱਲੇ ਵਸੀਲੇ ਖਤਮ ਹੋ ਜਾਣ, ਫਿਰ ਅੰਤ ਦੇ ਵਿੱਚ ਇੱਕੋ ਉਪਾਅ ਰਹਿ ਜਾਂਦਾ ਹੈ, ਉਹਦਾ ਸੌਦਾ ਕਰਨਾ, ਜੇ ਉਹ ਮੰਨ ਜਾਏ ਤਾਂ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਹਿਲਾਂ ਨਿਰੰਤਰ ਚੁੱਪ ਦੇ ਵਿੱਚ ਚੱਲਦੇ ਰਹੇ, ਸ਼ਾਂਤੀ ਦੇ ਨਾਲ ਚੱਲਦੇ ਰਹੇ। ਜਦੋਂ ਮਹਾਰਾਜ ਨੇ ਵੇਖਿਆ ਇਹ ਤੇ ਨਾਮ ਜਪਣ ਵਾਲੇ ਨੂੰ ਮਾਲਾ ਫੜੇ ਨੇ ਨਹੀਂ ਦੇ ਰਹੇ, ਰਾਖਸ਼ਾਂ ਦਾ ਰਾਜ ਹੋ ਗਿਆ ਹੈ, ਔਰ ਰਾਖਸ਼ਾਂ ਦਾ ਸੰਘਾਰ ਕਰਨ ਦੇ ਲਈ ਦੇਵਤਿਆਂ ਨੂੰ ਜਨਮ ਲੈਣਾ ਹੀ ਪੈਂਦਾ। ਇਹ ਰਾਖਸ਼ ਬੁੱਧੀ ਦੇ ਮਾਲਕ ਹੋ ਗਏ ਨੇ, ਇਹ ਹੁਣ ਗੱਲਾਂ ਬਾਤਾਂ ਨਾਲ ਤੇ ਨਹੀਂ ਸਮਝਣਗੇ। ਸਾਧ ਸੰਗਤ, ਜਿਹੜਾ ਪਸ਼ੂ ਹੁੰਦਾ ਨਾ, ਪਸ਼ੂ ਨੂੰ ਤੁਸੀਂ 70 ਵਾਰੀ ਡੱਕੋ, ਫਲਾਣੇ ਦੇ ਖੇਤ ਦੇ ਵਿੱਚੋਂ ਕੁਝ ਨਹੀਂ ਖਾਣਾ, ਪਸ਼ੂ ਫਿਰ ਉੱਥੇ ਹੀ ਜਾਂਦਾ ਹੈ। ਪਸ਼ੂ ਨੂੰ, ਗਾਵਾਂ ਨੂੰ, ਜਿੰਨੇ ਵੀ ਆਪਾਂ ਅੱਜ ਵੇਖਦੇ ਕੂਕਰ ਨੇ, ਕੁੱਤਿਆਂ ਨੂੰ 70 ਵਾਰੀ ਡੱਕੋ, ਚੱਲਦੀ ਗੱਡੀ ਦੇ ਪਿੱਛੇ ਨਹੀਂ ਭੱਜਣਾ, ਫਿਰ ਵੀ ਭੱਜਣਗੇ, ਕਿਉਂਕਿ ਕਹਾਂ ਬੁਝਾਰਤ ਬੁਝੇ ਡੋਰਾ। ਮੂਰਖ ਮਨੁੱਖ ਬੁਝਾਰਤਾਂ ਨਹੀਂ ਸਮਝ ਸਕਦੇ। ਫਿਰ ਉਹਦਾ ਇੱਕੋ ਇੱਕ ਇਲਾਜ ਹੈ, ਉਹ ਹੈ ਡੰਗ ਦੇ ਨਾਲ ਉਹਨੂੰ ਸਮਝ ਆਉਂਦੀ। ਔਰ ਕਈ ਵਾਰੀ ਬਾਰ-ਬਾਰ ਉਹਨਾਂ ਨੂੰ ਡੰਡਾ ਵੀ ਮਾਰੋ, ਫਿਰ ਵੀ ਨਹੀਂ ਸਮਝ ਆਉਂਦੀ। ਫਿਰ ਅਸਲ ਦੇ ਵਿੱਚ ਉਹਦਾ ਇੱਕੋ ਇਲਾਜ ਹੈ ਵੀ ਇਹਨੂੰ ਖਤਮ ਕਰ ਦਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਾਂਤੀ ਦੇ ਪੁੰਜ ਨੇ। ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਵਿੱਚ ਰਹਿੰਦੇ ਨੇ। ਅਨੰਦਪੁਰ ਸਾਹਿਬ ਦੇ ਵਿੱਚ, ਅਨੰਦਪੁਰ ਸਾਹਿਬ ਨੂੰ ਚਾਰੇ ਬੰਨੇ ਬੜਾ ਵੱਡਾ ਘੇਰਾ ਪਿਆ, ਔਰ ਘੇਰੇ ਦੇ ਉੱਤੇ ਸ਼ਰਤ ਇਹ ਰੱਖੀ ਗਈ, ਜੇ ਤੁਸੀਂ ਚਾਹੁੰਦੇ ਹੋ ਸੁੱਖ ਨਾਲ ਵਸਣਾ, ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ, ਕਿਉਂਕਿ ਘੇਰਾ 6 ਮਹੀਨੇ ਹੋ ਗਏ ਸੀ, ਲੰਮਾ ਪੈ ਗਿਆ। ਫੌਜਾਂ ਨੇ ਘੇਰਾ ਪਾਇਆ, ਔਰ ਜੁਆਇੰਟ ਫੋਰਸਿਸ ਲੱਗੀਆਂ। ਜਿੱਥੇ ਸਰਹੰਦ ਦੀ ਫੌਜ ਸੀ, ਜਿੱਥੇ ਪੰਜਾਬ ਦੀ ਫੌਜ ਸੀ, ਉੱਥੋਂ ਦਿੱਲੀ ਦੀਆਂ ਫੌਜਾਂ ਵੀ ਆਈਆਂ, ਜੁਆਇੰਟ ਫੌਜਾਂ। ਬੜਾ ਵੱਡਾ ਫੌਜ ਦਾ ਘੇਰਾ, 6 ਮਹੀਨੇ ਘੇਰਾ ਚੱਲਦਾ ਰਿਹਾ। ਅੰਦਰ ਰਾਸ਼ਨ ਪਾਣੀ ਬੰਦ ਹੋ ਗਿਆ। ਇਹ ਘੇਰਾ ਜਿਵੇਂ ਜਿਵੇਂ ਲੰਮਾ ਚੱਲਿਆ, ਮੁਗਲ ਸੈਨਾ ਦੇ ਜਿਹੜੇ ਸਿਪਾਹੀ ਸਨ, ਉਹਨਾਂ ਦੇ ਵਿੱਚ ਬਿਮਾਰੀ ਪੈ ਗਈ, ਸਿਪਾਹੀ ਆਪਣੇ ਆਪ ਹੀ ਮਰਨੇ ਸ਼ੁਰੂ ਹੋ ਗਏ।
उन्होंने फिर प्रपोजल भेजा संधि का महाराज जी के कोल। प्रपोजल की है भी असी गऊ की आटे की गऊ नाल दी नाल कुरान की जिल्त के उत्ते लेके भेजा भी असी जे तुसी आनंदपुर साहब जी नूं खाली करदे हो असी तुहानूं कुछ नहीं कवांगे, तुसी आनंदपुर साहब छड्ड दिओ, जिथे मर्जी जाके रवो। गुरु गोबिंद सिंह महाराज जी नूं सिख कहिंदे ने महाराज जदों कहिंदे ने ते छड्ड दईए। महाराज कहंदे ये उत्तों कुछ कह रहे ने, इन्हां दे मन में जिन मन होर मुख होर, इन्हां दा मन कुछ कहंदा है, इन्हां दे दिमाग विच कुछ चलदा पिया। कहंदे ओह किवें? महाराज कहंदे वेख लैंदे आ। महाराज ने 2 गड्ढे जिहदे विच किले दा सारा ही कंडम होया समान, बिल्कुल खत्म होया समान, वो पहलां भेजिया बाहर। जिवें वो गए सैनिकां ने सोचा गुरु गोबिंद सिंह दा खजाना जा रहा है, भज के पै गए। जदों उन्होंने वेखे गड्ढे फरोल के वेखे सारा टुटा होया समान, महाराज कहते इन्हां दी नीयत यही है लुटना, होर इन्हां दी नीयत कुछ नहीं। पर सच्चे पातशाह कहते सिंघां ने कहा, पंथ खालसे ने कहा, महाराज कहते जो हुक्म खालसे का सच्चे पातशाह तुर पे आनंदपुर साहब का किला छड्डिया। महाराज आप ने, छोटे साहिबजादे ने, मात गुजरी ने, नाल छोटे साहिबजादे ने, वड्डे साहिबजादे ने आनंदपुर साहब तो बाहर तुरे। तुरद्यां तुरद्यां आप जी नूं मैं संखेप दे विच बेनती करां, अगे जाके सच्चे पातशाह सरसा नदी के कंढे ते पहुंचे, भारी जंग होया। गुरु गोबिंद सिंह महाराज अमृत वेले जो आसा जी की वार का कीर्तन है वह कर रहे हैं, साइड से जंग हो रहा करते सरसा नदी ते जाके महाराज जी का परिवार विछोड़ा हुंदा है। मातावां भाई मनी सिंह जी दिल्ली वाल नूं चले जाते हैं, मात गुजरी ते छोटे साहिबजादे जिहड़े पहलां कम्मू माशकी दे घर रहिंदे ने, उस तो बाद जिहड़ा अपना रसोईया है महाराज जी का गंगू, वो अपने घर लै जाता है। इधर वड्डे साहिबजादे ते गुरु गोबिंद सिंह जी महाराज कच्ची गढ़ी दे विच पहुँच जाते हैं। कल नूं हुण असीं कच्ची गढ़ी का जिहड़ा इतिहास है, किवें उत्थे जंग हुंदी है, किवें पंथ खालसा महाराज दे अगे बेनतियां करदा है, ये सारे का सारा इतिहास का वर्णन करांगे। उस तो अगे फिर महाराज माछीवाड़े जाते हैं, उहदा वर्णन नाल दी नाल छोटे साहिबजादियां दे इतिहास, इधर सरहंद विच की वापरदा है, और तीजी साइड दिल्ली विच मातावां गईयां ने, उत्थे वो किहदे घर रहिंदे ने। ये आपां तिन्ने साइडां चों इतिहास नूं वाचण दा यतन करांगे। गुरु साहिब जी कृपा करन। महाराज अंत दे विच कहंदे ने, ब्रह्म ज्ञानी का अंत न पार, नानक ब्रह्म ज्ञानी को सदा नमस्कार। ब्रह्म ज्ञानी दे गुणां नूं खोजिया नहीं जा सकदा, सिर्फ उन्होंने हमेशा नमस्कार ही करनी चाहिए है। गुरु साहिब जी कृपा करन, किते बंदगी कर करके, क्योंकि ये समय बंदगी का समय, दोबारा दोबारा ये जीवन नहीं मिलना। जो सां अज चले गए ने वो कल नहीं होणगे, जो अज हुण गए ने ये अज दे ही ने, कल नहीं होणगे। और मैं रात भी बेनती की साध संगत, असल दे विच परमात्मा ने जिहड़े रंग विच मनुख नूं रखिया है, उस रंग विच मनुख नूं खुश होना चाहिए है, खुश होके नाल बेनती कर सकता है। जिहड़े रंग विच अज है उस रंग विच रह के बेनती कर सकता है, परमात्मा जिहड़ा तू ये रंग मैनूं बख्शे है, भावें गरीबी है भावें मेरी है। जे गरीबी है मुसीबतावां ने, ये कह सकता है परमात्मा इस रंग विच मेरे तो रहा नहीं जा रहा, तू किरपा कर मेरे ते हथ धर। फिर वो मनुख के सिर ते हथ भी धर दिंदा है। गुरु जी कृपा करन। इन्नियां बेनतियां प्रवान होई भुल चुक दिले खिमा करनी जी। साहिब जी कृपा करन, सबनां नूं देह अरोगता, नाम दी दात, गुरबाणी गुरसिੱਖੀ दी दात बख्शण। आप जी जो इसे तरीके नाल सत संगत विच आके अपने जीवन दियां अमोलक घड़ियां नूं सफल करते रहो। इन्नियां बेनतियां प्रवान। वाहिगुरू जी का खालसा, वाहिगुरू जी।